ਪਿਆਰੇ ਬੱਚਿਓ 10ਵੀਂ ਕਲਾਸ ਦਾ ਅਰਥਸ਼ਾਸਤਰ ਦਾ ਪਹਿਲਾ ਪਾਠ ਮੁੱਢਲੀਆਂ ਧਾਰਨਾਵਾਂ, ਜਿਹਦੇ ਬਾਰੇ 30/4/2021 ਦੀ ਡੇਲੀ ਅਸਾਈਨਮੈਂਟ ਹੈ। ਅਰਥਸ਼ਾਸਤਰ ਵਿੱਚ ਕੁਝ ਸ਼ਬਦਾਂ ਦਾ ਪ੍ਰਯੋਗ ਖਾਸ ਅਰਥਾਂ ਵਿੱਚ ਲਿਆ ਜਾਂਦਾ ਹੈ। ਇਹਨਾਂ ਸ਼ਬਦਾਂ ਨੂੰ ਮੁੱਢਲੀਆਂ ਧਾਰਨਾਵਾਂ ਕਿਹਾ ਜਾਂਦਾ ਹੈ। ਹੁਣ ਜੋ ਲੈਸਨ ਦਾ ਨਾਮ ਹੈ ਉਹਦੇ ਮੁਤਾਬਕ ਜੇਕਰ ਅਸੀਂ ਹੁਣ ਦੇਖੀਏ ਵੀ ਮੁੱਢਲੀਆਂ ਧਾਰਨਾਵਾਂ ਕਿਹਨੂੰ ਕਹਿੰਦੇ ਆ। ਧਾਰਨਾ ਹੁੰਦਾ ਵੀ ਕਿਸੇ ਚੀਜ਼ ਦੇ ਬਾਰੇ ਸਾਡੇ ਕੀ ਵਿਚਾਰ ਆ। ਤਾਂ ਕੁਛ ਐਸੇ ਸ਼ਬਦ ਅਰਥਸ਼ਾਸਤਰ ਦੇ ਵਿੱਚ ਆਉਂਦੇ ਆ ਬੱਚਿਓ, ਜੇਕਰ ਅਸੀਂ ਉਹਨਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਨੂੰ ਪੜ੍ਹਦਿਆਂ ਹੀ ਉਹ ਸਾਡੇ ਦਿਮਾਗ 'ਚ ਪਤਾ ਲੱਗ ਜਾਂਦਾ ਵੀ ਅਸੀਂ ਕਾਹਦੀ ਗੱਲ ਕਰਦੇ ਹਾਂ, ਕਿਉਂਕਿ ਇਹ ਉਹ ਸ਼ਬਦ ਆ ਜਿਹੜੇ ਆਮ ਭਾਸ਼ਾ ਤੋਂ ਥੋੜ੍ਹੇ ਜਿਹੇ ਵੱਖਰੇ ਆ। ਪਰ ਜੇਕਰ ਅਸੀਂ ਇਹਨੂੰ ਸਮਝੀਏ, ਧਿਆਨ ਨਾਲ ਦਿਮਾਗ 'ਚ ਬਿਠਾ ਕੇ ਰੱਖੀਏ, ਤਾਂ ਸਾਡੇ ਲਈ ਅਰਥਸ਼ਾਸਤਰ ਨੂੰ ਜਾਣਨਾ ਸੌਖਾ ਹੋ ਜਾਂਦਾ ਹੈ। ਅਰਥਸ਼ਾਸਤਰ ਦੀਆਂ ਕੁਝ ਮਹੱਤਵਪੂਰਨ ਮੁੱਢਲੀਆਂ ਧਾਰਨਾਵਾਂ ਹੇਠ ਲਿਖੀਆਂ ਹਨ। ਹੁਣ ਜਿਹੜੀਆਂ ਕੁਛ ਮੁੱਢਲੀਆਂ ਧਾਰਨਾਵਾਂ ਆ, ਕਿਉਂਕਿ ਅਰਥਸ਼ਾਸਤਰ ਤੁਹਾਡੇ ਲਈ ਨਵਾਂ ਵਿਸ਼ਾ ਆ, ਅਤੇ ਜੇਕਰ ਸਾਨੂੰ ਇਹ ਸ਼ਬਦਾਂ ਦੇ ਬਾਰੇ ਨਹੀਂ ਗਿਆਨ ਹੋਊਗਾ ਤਾਂ ਅਸੀਂ ਬੇਸ਼ੱਕ ਉਹ ਪੰਜਾਬੀ ਦੇ ਵਿੱਚ ਆ, ਸਾਨੂੰ ਉਹ ਕਲੀਅਰ ਨਹੀਂ ਹੋਊਗਾ। ਪਹਿਲਾ ਹੈ ਰਾਸ਼ਟਰੀ ਆਮਦਨ। ਦੇਖੋ ਸ਼ਬਦ ਨੂੰ ਪਹਿਲਾਂ ਪਛਾਣੀਏ। ਆਮਦਨ ਮਤਲਬ ਸਾਡੀ ਕਮਾਈ, ਰਾਸ਼ਟਰੀ ਮਤਲਬ ਦੇਸ਼। ਸਮਝ ਗਏ ਨਾ, ਯਾਨੀ ਦੇਸ਼ ਦੀ ਕਮਾਈ, ਜੇ ਆਪਾਂ ਸੌਖੇ ਸ਼ਬਦਾਂ 'ਚ ਦੇਖੀਏ ਤਾਂ। ਹੁਣ ਅੱਗੇ ਦੇਖਦੇ ਹਾਂ। ਰਾਸ਼ਟਰੀ ਆਮਦਨ ਦਾ ਅਰਥ ਇੱਕ ਦੇਸ਼ ਦੇ ਨਿਵਾਸੀਆਂ ਨੂੰ ਕਿਸੇ ਖਾਸ ਅਵਧੀ ਦੌਰਾਨ ਉਹਨਾਂ ਦੀਆਂ ਉਤਪਾਦਕ ਸੇਵਾਵਾਂ ਦੇ ਬਦਲੇ ਪ੍ਰਾਪਤ ਹੋਣ ਵਾਲੀ ਕੁੱਲ ਆਮਦਨ ਭਾਵ ਮਜ਼ਦੂਰੀ, ਵਿਆਜ, ਲਗਾਨ ਅਤੇ ਲਾਭ ਦੇ ਕੁੱਲ ਜੋੜ ਤੋਂ ਹੈ। ਦੁਬਾਰਾ ਦੇਖ ਲਓ। ਇੱਕ ਦੇਸ਼ ਦੇ ਨਿਵਾਸੀਆਂ ਨੂੰ, ਯਾਨੀ ਜਿਵੇਂ ਅਸੀਂ ਭਾਰਤ ਦੇ ਵਿੱਚ ਰਹਿੰਦੇ ਹਾਂ ਤਾਂ ਭਾਰਤ ਦੇ ਜਿੰਨੇ ਵੀ ਲੋਕ ਆ, ਕਿਸੇ ਖਾਸ ਅਵਧੀ ਦੌਰਾਨ, ਕਿਸੇ ਖਾਸ ਸਮੇਂ ਦੌਰਾਨ, ਇਹਦੇ ਲਈ ਇੱਕ ਸਮਾਂ ਹੁੰਦਾ। ਆਮ ਤੌਰ 'ਤੇ 1 ਸਾਲ ਦਾ ਸਮਾਂ ਲਿਆ ਜਾਂਦਾ ਇਹਦੇ ਵਾਸਤੇ। ਉਹਨਾਂ ਦੀਆਂ ਉਤਪਾਦਕ ਸੇਵਾਵਾਂ ਦੇ ਬਦਲੇ, ਯਾਨੀ ਉਹ ਜੋ ਕੁਛ ਕਰਦੇ ਆ, ਕੁਛ ਕੰਮ ਕਰਦੇ ਆ ਜਾਂ ਕੋਈ ਚੀਜ਼ ਪੈਦਾ ਕਰਦੇ ਆ, ਜਿਵੇਂ ਕਿਸਾਨ ਫਸਲ ਬੀਜਦਾ ਆ, ਫਸਲ ਪੈਦਾ ਕਰਦਾ ਆ, ਜਾਂ ਦੁਕਾਨਦਾਰ ਕੋਈ ਚੀਜ਼ ਤਿਆਰ ਕਰਦਾ ਆ, ਜਾਂ ਵਕੀਲ ਕੋਈ ਸੇਵਾ ਦਿੰਦਾ ਆ, ਜਾਂ ਡਾਕਟਰ ਦੇ ਸੇਵਾ ਦੇ ਬਦਲੇ ਆਪਾਂ ਪੈਸੇ ਦਿੰਦੇ ਹਾਂ। ਇਹ ਸਾਰੀਆਂ ਚੀਜ਼ਾਂ ਇਹਦੇ 'ਚ ਆ ਜਾਂਦੀਆਂ। ਪ੍ਰਾਪਤ ਹੋਣ ਵਾਲੀ ਕੁੱਲ ਆਮਦਨ ਯਾਨੀ ਕੁੱਲ ਕਮਾਈ, ਔਰ 4 ਹਿੱਸਿਆਂ 'ਚ ਵੰਡੀ ਜਾਂਦੀ ਹੈ। ਮਜ਼ਦੂਰੀ ਯਾਨੀ ਜਿਵੇਂ ਕੰਮ ਕਰਨ ਦੇ ਬਦਲੇ ਪੈਸੇ ਮਿਲਦੇ ਆ। ਵਿਆਜ ਜਿਵੇਂ ਆਪਾਂ ਬੈਂਕ 'ਚ ਪੈਸੇ ਜਮ੍ਹਾਂ ਕਰਾਉਂਦੇ ਹਾਂ ਜਾਂ ਹੋਰ ਕਿਸੇ ਤਰੀਕਿਆਂ ਦੇ ਵਿੱਚ ਪੈਸੇ ਅਸੀਂ ਜਮ੍ਹਾਂ ਕਰਾਉਂਦੇ ਹਾਂ, ਸਾਨੂੰ ਵਿਆਜ ਮਿਲਦਾ ਹੈ। ਲਗਾਨ ਹੁੰਦਾ ਟੈਕਸ। ਅਤੇ ਲਾਭ ਯਾਨੀ ਜੋ ਕੋਈ ਕੰਮ ਅਸੀਂ ਕਰਦੇ ਹਾਂ, ਜੇਕਰ ਮੰਨ ਲਓ ਕੋਈ ਰੇਹੜੀ ਵਾਲਾ ਫਰੂਟ ਵੇਚਦਾ ਹੈ ਤਾਂ ਉਹ ਲਾਭ ਦੇ ਲਈ ਵੇਚਦਾ ਹੈ। ਤਾਂ 4 ਚੀਜ਼ਾਂ ਆ: ਮਜ਼ਦੂਰੀ, ਵਿਆਜ, ਲਗਾਨ ਅਤੇ ਲਾਭ। ਇਹ ਯਾਦ ਰੱਖਣੀਆਂ। ਕਿਸੇ ਖਾਸ ਅਵਧੀ ਦੌਰਾਨ ਸਾਰੇ ਦੇਸ਼ ਦੇ ਲੋਕਾਂ ਦੀ ਆਮਦਨ, ਯਾਨੀ ਕਿਸੇ ਦੇਸ਼ ਦੇ ਸਾਰੇ ਲੋਕਾਂ ਦੀ 1 ਸਾਲ ਦੀ ਕਮਾਈ ਹੋਈ ਆਮਦਨ ਨੂੰ ਅਸੀਂ ਰਾਸ਼ਟਰੀ ਆਮਦਨ ਕਹਿੰਦੇ ਹਾਂ, ਜੋ ਮੁੱਖ ਰੂਪ ਵਿੱਚ ਮਜ਼ਦੂਰੀ, ਵਿਆਜ, ਲਗਾਨ ਅਤੇ ਲਾਭ ਦੇ ਰੂਪ ਵਿੱਚ ਹੁੰਦੀ ਆ। ਸਮਝ ਗਏ ਨਾ। ਤਾਂ ਰਾਸ਼ਟਰੀ ਆਮਦਨ ਕੀ ਆ? ਇੱਕ ਦੇਸ਼ ਦੀ ਆਮਦਨ, ਇੱਕ ਦੇਸ਼ ਦੇ ਸਾਰੇ ਲੋਕਾਂ ਦੀ ਆਮਦਨ। ਅਤੇ ਉਹ ਆਮਦਨ ਕਿਸ ਰੂਪ 'ਚ ਹੋ ਸਕਦੀ ਆ? ਮਜ਼ਦੂਰੀ, ਵਿਆਜ, ਲਗਾਨ ਅਤੇ ਲਾਭ। ਆਮਦਨ ਇੱਕ ਪ੍ਰਵਾਹ ਹੈ, ਇਸ ਲਈ ਇਸ ਦਾ ਸੰਬੰਧ ਸਮੇਂ ਦੀ ਇੱਕ ਵਿਸ਼ੇਸ਼ ਅਵਧੀ ਨਾਲ ਹੈ। ਆਮ ਤੌਰ 'ਤੇ ਇਹ ਅਵਧੀ 1 ਵਰ੍ਹੇ ਮੰਨੀ ਜਾਂਦੀ ਹੈ। ਤੁਹਾਨੂੰ ਪਹਿਲਾਂ ਹੀ ਮੈਂ ਦੱਸਿਆ ਸੀਗਾ ਵੀ 1 ਸਾਲ ਦੀ ਗੱਲ ਕਰਦੇ ਹਾਂ, ਵੀ 1 ਸਾਲ ਦੀ ਆਮਦਨ ਦੀ ਗੱਲ ਅਸੀਂ ਇਹਦੇ ਵਿੱਚ ਕਰਦੇ ਹਾਂ। ਇਸ ਤਰ੍ਹਾਂ ਰਾਸ਼ਟਰੀ ਆਮਦਨ ਇੱਕ ਦੇਸ਼ ਦੇ ਆਮ ਨਿਵਾਸੀਆਂ ਦੀ 1 ਵਰ੍ਹੇ ਦੌਰਾਨ ਅਰਜਿਤ ਆਮਦਨ ਹੁੰਦੀ ਹੈ। ਰਾਸ਼ਟਰੀ ਉਤਪਾਦ ਰਾਸ਼ਟਰੀ ਆਮਦਨ ਦਾ ਪ੍ਰਤੀਰੂਪ ਹੈ। ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਦੇਸ਼ ਦੀਆਂ ਆਰਥਿਕ ਕਿਰਿਆਵਾਂ ਦੇ ਪ੍ਰਤੀਫਲ ਨੂੰ 1 ਵਰ੍ਹੇ ਦੌਰਾਨ ਉਤਪਾਦਕ ਅੰਤਿਮ ਵਸਤਾਂ ਅਤੇ ਸੇਵਾਵਾਂ ਦੇ ਜੋੜ ਨੂੰ ਬਾਜ਼ਾਰ ਕੀਮਤਾਂ ਦੇ ਰੂਪ ਵਿੱਚ ਪ੍ਰਗਟ ਕਰਦੇ ਹਾਂ ਤਾਂ ਉਸ ਨੂੰ ਰਾਸ਼ਟਰੀ ਉਤਪਾਦ ਕਿਹਾ ਜਾਂਦਾ ਹੈ। ਸੋ ਬੱਚਿਓ, ਰਾਸ਼ਟਰੀ ਉਤਪਾਦ ਇੱਕ ਅਲੱਗ ਚੀਜ਼ ਹੈਗੀ ਆ। ਦੂਜੇ ਸ਼ਬਦਾਂ ਵਿੱਚ ਜਦੋਂ ਇਸ ਨੂੰ 1 ਵਰ੍ਹੇ ਦੌਰਾਨ ਅਰਜਿਤ ਸਾਧਨਾਂ ਦੀ ਆਮਦਨ ਭਾਵ ਮਜ਼ਦੂਰੀ, ਲਗਾਨ, ਵਿਆਜ, ਲਾਭ ਦੇ ਜੋੜ ਵਿੱਚ ਪ੍ਰਗਟ ਕਰਦੇ ਹਾਂ ਤਾਂ ਇਸ ਨੂੰ ਰਾਸ਼ਟਰੀ ਆਮਦਨ ਕਿਹਾ ਜਾਂਦਾ। ਫਿਰ ਉਹੀ ਗੱਲ ਕੀਤੀ ਗਈ ਹੈ ਵੀ 1 ਸਾਲ ਦੇ ਵਿੱਚ ਇੱਕ ਦੇਸ਼ ਦੇ ਲੋਕ, ਸਾਰੇ ਲੋਕ ਮਜ਼ਦੂਰੀ, ਭਾਵੇਂ ਉਹਨਾਂ ਨੂੰ ਮਜ਼ਦੂਰੀ ਦੇ ਬਦਲੇ ਪੈਸੇ ਮਿਲਦੇ ਹੋਣ ਜਾਂ ਲਗਾਨ ਦੇ ਜਾਂ ਵਿਆਜ ਦੇ ਜਾਂ ਲਾਭ ਦੇ ਰੂਪ ਵਿੱਚ ਮਿਲਦੇ ਹੋਣ, ਉਹਨਾਂ ਸਾਰੇ ਪੈਸਿਆਂ ਦੇ ਜੋੜ ਨੂੰ
ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ। ਉੱਪਰ ਇੱਕ ਪਰਿਭਾਸ਼ਾ ਲਿਖੀ ਸੀ, ਇੱਕ ਆ ਪਰਿਭਾਸ਼ਾ ਆ, ਉਹ ਵੀ ਯੈਲੋ ਕੀਤੀ ਸੀ, ਇਹ ਵੀ ਯੈਲੋ ਕੀਤੀ। ਜਿਹੜੀ ਤੁਹਾਨੂੰ ਸੌਖੀ ਲੱਗਦੀ ਹੈ ਤੁਸੀਂ ਉਹ ਨੋਟ ਕਰ ਸਕਦੇ ਹੋ। ਰਾਸ਼ਟਰੀ ਆਮਦਨ ਦਾ ਅਨੁਮਾਨ ਲਗਾਉਂਦੇ ਸਮੇਂ ਵਸਤਾਂ ਅਤੇ ਸੇਵਾਵਾਂ ਨੂੰ ਉਹਨਾਂ ਦੀਆਂ ਕੀਮਤਾਂ ਨਾਲ ਗੁਣਾ ਕੀਤਾ ਜਾਂਦਾ ਹੈ। ਕੀਮਤਾਂ ਵਿੱਚ ਅਕਸਰ ਪਰਿਵਰਤਨ ਹੁੰਦਾ ਰਹਿੰਦਾ ਹੈ, ਜਿਸ ਦੇ ਸਿੱਟੇ ਵਜੋਂ ਵਸਤੂਆਂ ਅਤੇ ਸੇਵਾਵਾਂ ਦੀ ਮਾਤਰਾ ਵਿੱਚ ਬਿਨਾਂ ਕੋਈ ਪਰਿਵਰਤਨ ਹੋਇਆ ਰਾਸ਼ਟਰੀ ਆਮਦਨ ਵੱਧ ਜਾਂ ਘੱਟ ਹੋ ਸਕਦੀ ਹੈ। ਸੋ ਬੱਚਿਓ, ਕੀਮਤਾਂ ਵੱਧਦੀਆਂ ਘੱਟਦੀਆਂ ਰਹਿੰਦੀਆਂ ਅਤੇ ਕੀਮਤਾਂ ਦੇ ਵਧਣ ਘਟਣ ਦੇ ਨਾਲ ਹੀ ਜਿਹੜਾ ਆ ਆਮਦਨ ਵਿੱਚ ਵੀ ਵਾਧਾ ਘਾਟਾ ਹੁੰਦਾ ਰਹਿੰਦਾ ਹੈ। ਇੱਕ ਦੇਸ਼ ਦੀ ਅਸਲ ਆਰਥਿਕ ਤਰੱਕੀ ਦਾ ਅਨੁਮਾਨ ਲਗਾਉਣ ਲਈ ਵੱਖ-ਵੱਖ ਵਰ੍ਹਿਆਂ ਦੀ ਰਾਸ਼ਟਰੀ ਆਮਦਨ ਇੱਕ ਖਾਸ ਸਾਲ ਦੀ ਕੀਮਤਾਂ 'ਤੇ ਮਾਪੀ ਜਾਣੀ ਚਾਹੀਦੀ ਹੈ। ਕੀਮਤਾਂ ਸਥਿਰ ਰਹਿਣ ਕਰਕੇ ਅਸਲ ਆਮਦਨ ਵਿੱਚ ਹੋਣ ਵਾਲੇ ਪਰਿਵਰਤਨ ਸਿਰਫ ਵਸਤਾਂ ਅਤੇ ਸੇਵਾਵਾਂ ਵਿੱਚ ਹੋਣ ਵਾਲੇ ਪਰਿਵਰਤਨਾਂ ਕਾਰਨ ਹੀ ਹੋਣਗੇ। ਇੱਕ ਦੇਸ਼ ਦੀ ਰਾਸ਼ਟਰੀ ਆਮਦਨ ਵਿੱਚੋਂ ਜਦੋਂ ਘਿਸਾਵਟ ਖਰਚ ਸ਼ਾਮਲ ਰਹਿੰਦਾ ਹੈ ਤਾਂ ਉਸਨੂੰ ਕੁੱਲ ਰਾਸ਼ਟਰੀ ਆਮਦਨ ਕਹਿੰਦੇ ਹਨ। ਦੁਬਾਰਾ ਦੇਖ ਲਓ, ਇੱਕ ਦੇਸ਼ ਦੀ ਰਾਸ਼ਟਰੀ ਆਮਦਨ ਵਿੱਚ ਜਦੋਂ ਘਿਸਾਵਟ ਖਰਚ ਕੀ ਹੁੰਦਾ? ਘਿਸਾਵਟ ਖਰਚ ਦਾ ਮਤਲਬ ਇਹ ਆ ਬੱਚਿਓ, ਤੁਸੀਂ ਇੱਦਾਂ ਲੈ ਕੇ ਚੱਲੋ, ਜਿਵੇਂ ਮੰਨ ਲਓ ਤੁਹਾਡੇ ਕੋਲ ਸਾਈਕਲ ਆ, ਠੀਕ ਹੈ ਨਾ, ਅਤੇ ਤੁਸੀਂ ਸਾਈਕਲ ਜਦੋਂ ਚਲਾਉਂਦੇ ਆ ਤਾਂ ਸਾਈਕਲ ਕਈ ਵਾਰੀ ਪੈਂਚਰ ਹੁੰਦਾ, ਕਈ ਵਾਰੀ ਉਹਦਾ ਕੋਈ ਹੋਰ ਚੀਜ਼ ਖਰਾਬ ਹੋ ਜਾਂਦੀ, ਤਾਂ ਤੁਸੀਂ ਉਹਦੇ 'ਤੇ ਖਰਚ ਕਰਦੇ ਆ, ਉਹਨੂੰ ਅਸੀਂ ਘਿਸਾਵਟ ਖਰਚ ਦਿੰਦੇ। ਘਿਸਾਵਟ ਮਤਲਬ ਘਸਣਾ, ਜਿਵੇਂ ਗੱਡੀ ਦੇ ਟਾਇਰ ਆ, ਘਸਣ ਤੋਂ ਬਾਅਦ ਆਪਾਂ ਫਿਰ ਬਦਲ ਦਿੰਦੇ, ਨਵੇਂ ਲੈਂਦੇ ਆ ਨਾ, ਖਰਚਾ ਆਉਂਦਾ ਕਿ ਨਹੀਂ, ਠੀਕ ਹੈ ਨਾ। ਇੱਕ ਵਾਰੀ ਗੱਡੀ ਲੈ ਲਈ ਤਾਂ ਮਤਲਬ ਇਹ ਥੋੜ੍ਹਾ ਹੁੰਦਾ ਵੀ ਦੁਬਾਰਾ ਉੱਤੇ ਕੋਈ ਖਰਚ ਨਹੀਂ ਹੋਣਾ, ਉਹਨੂੰ ਅਸੀਂ ਘਿਸਾਵਟ ਖਰਚ ਕਹਿੰਦੇ ਹਾਂ। ਯਾਨੀ ਜਦੋਂ ਅਸੀਂ ਆਮਦਨ ਕਰਦੇ ਹਾਂ, ਆਮਦਨ ਪ੍ਰਾਪਤ ਕਰਦੇ, ਮੰਨ ਲਓ ਇੱਕ ਫਰੂਟ ਵਾਲਾ ਆ, ਰੇਹੜੀ ਲਾਉਂਦਾ ਹੈ ਨਾ, ਉਹਨੇ ਸੇਬ ਰੱਖੇ ਆ, ਤਾਂ ਉਹ ਸੇਬ ਵੇਚਣ ਗਿਆ ਅਤੇ ਸੇਬ ਵਿੱਚੋਂ ਖਰਾਬ ਵੀ ਤਾਂ ਨਿਕਲਦੇ, ਉਹਨੂੰ ਅਸੀਂ ਘਿਸਾਵਟ ਖਰਚ ਕਹਿੰਦੇ। ਜਾਂ ਉਹਦੀ ਜਿਹੜੀ ਰੇਹੜੀ ਉਹਨੇ ਲੈ ਕੇ ਜਾਣੀ ਆ, ਉਹ ਕਿਤੇ ਉਹ ਪੈਂਚਰ ਹੋ ਗਈ ਜਾਂ ਟੁੱਟ ਗਈ, ਉਹਦੇ 'ਤੇ ਖਰਚਾ, ਠੀਕ ਹੈ ਨਾ, ਉਹ ਘਿਸਾਵਟ ਖਰਚਾ। ਫੈਕਟਰੀ ਵਾਲੇ, ਜਿਵੇਂ ਫੈਕਟਰੀ ਦੀਆਂ ਮਸ਼ੀਨਾਂ ਖਰਾਬ ਹੋ ਜਾਂਦੀਆਂ ਜਾਂ ਕੋਈ ਨਵੀਂ ਮਸ਼ੀਨ ਲੈ ਕੇ ਆਉਂਦੇ, ਉਹਨੂੰ ਅਸੀਂ ਘਿਸਾਵਟ ਖਰਚ ਕਹਿੰਦੇ ਹਾਂ, ਠੀਕ ਹੈ। ਤਾਂ ਕੀ ਹੈ, ਇੱਕ ਦੇਸ਼ ਦੀ ਰਾਸ਼ਟਰੀ ਆਮਦਨ ਵਿੱਚ ਜਦੋਂ ਘਿਸਾਵਟ ਖਰਚ ਸ਼ਾਮਲ ਹੁੰਦਾ ਉਸਨੂੰ ਕੁੱਲ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ। ਇਸ ਦੇ ਉਲਟ ਜਦੋਂ ਘਿਸਾਵਟ ਖਰਚ ਨੂੰ ਘਟਾ ਦਿੱਤਾ ਜਾਂਦਾ ਹੈ ਤਾਂ ਉਸਨੂੰ ਸ਼ੁੱਧ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ। ਯਾਨੀ ਜਿੰਨੀ ਸਾਡੀ ਆਮਦਨ ਆ, ਜਿਹਦੇ ਵਿੱਚ ਆਪਾਂ ਜੋ ਵੀ ਖਰਚਾ ਸਾਡਾ ਹੁੰਦਾ ਹੈ ਘਿਸਾਵਟ 'ਤੇ, ਜੇ ਉਹ ਕੱਢ ਦਈਏ ਤਾਂ ਉਹ ਸ਼ੁੱਧ ਰਾਸ਼ਟਰੀ ਆਮਦਨ ਹੈ। ਰਾਸ਼ਟਰੀ ਆਮਦਨ ਵਿੱਚ ਜੇਕਰ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਸਾਧਨ ਆਮਦਨ ਨੂੰ ਘਟਾ ਦਿੱਤਾ ਜਾਵੇ ਤਾਂ ਜੋ ਆਮਦਨ ਬਚਦੀ ਹੈ ਉਸਨੂੰ ਘਰੇਲੂ ਆਮਦਨ ਕਿਹਾ ਜਾਏਗਾ। ਹੁਣ ਹੁੰਦਾ ਕਿ ਸਾਨੂੰ ਬਾਹਰਲੇ ਦੇਸ਼ਾਂ ਤੋਂ ਵੀ ਬਹੁਤ ਆਮਦਨ ਹੁੰਦੀ ਹੈ ਨਾ, ਜਿਵੇਂ ਉਹ ਬਾਹਰਲੇ ਦੇਸ਼ਾਂ ਤੋਂ ਕੋਈ ਸਮਾਨ ਆਉਂਦਾ ਆ, ਉੱਤੇ ਆਪਾਂ ਟੈਕਸ ਲਾਉਂਦੇ ਹਾਂ, ਜਾਂ ਉਹਨੂੰ ਅਸੀਂ ਕੋਈ ਸਮਾਨ ਵੇਚਦੇ ਹਾਂ ਤਾਂ ਉਹਦੇ ਬਦਲੇ ਸਾਨੂੰ ਪੈਸੇ ਮਿਲਦੇ ਹਨ, ਉਹ ਵੀ ਆਮਦਨ ਸਾਡੇ ਦੇਸ਼ ਦੀ ਆਮਦਨ ਵਿੱਚ ਜੁੜਦੀ ਹੈ। ਪਰ ਜੇਕਰ ਅਸੀਂ ਘਰੇਲੂ ਆਮਦਨ ਦੇਖਣੀ ਹੋਵੇ ਤਾਂ ਫਿਰ ਸਾਨੂੰ ਜੋ ਵਿਦੇਸ਼ਾਂ ਤੋਂ ਪ੍ਰਾਪਤ ਆਮਦਨ ਹੈ ਉਹ ਰਾਸ਼ਟਰੀ ਆਮਦਨ ਦੇ ਵਿੱਚੋਂ ਘਟਾ ਦੇਣੀ ਪੈਂਦੀ ਹੈ। ਘਰੇਲੂ ਮਤਲਬ ਘਰ ਦੀ ਮਤਲਬ ਸਾਰੇ ਦੇਸ਼ ਦੀ ਆਮਦਨ, ਦੇਸ਼ ਦੇ ਅੰਦਰ ਆਮਦਨ, ਬਾਹਰ ਦੀ ਨਹੀਂ, ਠੀਕ ਹੈ। ਜਦੋਂ ਅਸੀਂ ਬਾਹਰਲੇ ਦੇਸ਼ਾਂ ਦੀ ਆਮਦਨ ਘਟਾ ਦੇਵਾਂਗੇ ਤਾਂ ਉਹਨੂੰ ਘਰੇਲੂ ਆਮਦਨ ਕਹਾਂਗੇ, ਠੀਕ ਹੈ। ਉਹਦਾ ਫਾਰਮੂਲਾ ਵੀ ਹੈ, ਦੇਖੋ, ਸ਼ੁੱਧ ਰਾਸ਼ਟਰੀ ਆਮਦਨ ਇਜ਼ ਇਕੁਅਲ ਟੂ ਕੁੱਲ ਰਾਸ਼ਟਰੀ ਆਮਦਨ ਮਾਈਨਸ ਘਿਸਾਵਟ ਖਰਚ। ਸੋ ਬੱਚਿਓ, ਇਹ ਰਾਸ਼ਟਰੀ ਆਮਦਨ ਦੇ ਬਾਰੇ ਸਾਡਾ ਅੱਜ ਦਾ ਟੌਪਿਕ ਸੀਗਾ। ਇਹਦੇ ਨਾਲ ਸੰਬੰਧਿਤ ਅੱਗੇ ਪ੍ਰਸ਼ਨ ਵੀ ਹੈਗੇ ਆ, ਖਾਲੀ ਥਾਵਾਂ ਵੀ ਆ ਅਤੇ ਪ੍ਰਸ਼ਨ ਵੀ ਆ। ਪ੍ਰਸ਼ਨ ਪਹਿਲਾਂ ਕਰ ਲੈਂਦੇ ਹਾਂ। ਦੇਖੋ, ਰਾਸ਼ਟਰੀ ਆਮਦਨ ਦਾ ਅਰਥ ਦੱਸੋ, ਠੀਕ ਹੈ ਨਾ। ਤਾਂ ਇਹਦੇ ਵਿੱਚ ਕੀ ਆ, ਮੈਂ ਤੁਹਾਨੂੰ ਪਹਿਲਾਂ ਹੀ ਜਦੋਂ ਆਪਾਂ ਸਲਾਈਡ ਤਿਆਰ ਕੀਤੀ ਸੀਗੀ, ਇਹਦੇ ਵਿੱਚ ਤੁਹਾਨੂੰ ਪਹਿਲਾਂ ਹੀ ਦੱਸਿਆ ਹੋਇਆ ਵੀ ਰਾਸ਼ਟਰੀ ਆਮਦਨ ਕੀ ਆ। ਤਾਂ ਬੱਚਿਓ, ਆਹ ਪਰਿਭਾਸ਼ਾ ਹੈਗੀ ਆ ਰਾਸ਼ਟਰੀ ਆਮਦਨ ਦੀ, ਯੈਲੋ ਕੀਤੀ ਹੋਈ, ਜਿਹੜੀ ਰਾਸ਼ਟਰੀ ਆਮਦਨ ਦਾ ਅਰਥ ਤੋਂ ਲੈ ਕੇ ਕੁੱਲ ਜੋੜ ਤੱਕ, ਠੀਕ ਹੈ। ਇਹ ਤੁਸੀਂ ਲਿਖ ਲੈਣੀ ਕਾਪੀ 'ਤੇ। ਜਾਂ ਇੱਕ ਹੋਰ ਇਹਦੀ ਪਰਿਭਾਸ਼ਾ ਹੈਗੀ ਆ ਜਿਹੜੀ ਆ, ਜਦੋਂ ਇਸ ਨੂੰ ਇੱਕ ਵਰ੍ਹੇ ਦੌਰਾਨ ਅਰਜਿਤ ਸਾਧਨਾਂ ਦੀ ਆਮਦਨ ਭਾਵ ਮਜ਼ਦੂਰੀ, ਲਗਾਨ, ਵਿਆਜ, ਲਾਭ ਦੇ ਜੋੜ ਵਿੱਚ ਪ੍ਰਗਟ ਕਰਦੇ ਹਾਂ, ਉਸ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ। ਇਹਨਾਂ ਦੋਵਾਂ 'ਚੋਂ ਇੱਕ ਲਿਖ ਸਕਦੇ ਜਾਂ ਦੋਵੇਂ ਲਿਖ ਸਕਦੇ, ਫਿਰ ਤੁਹਾਨੂੰ ਜਿਹੜੀ ਯਾਦ ਕਰਨੀ ਹੋਊ ਉਹ ਸੌਖੀ ਹੋ ਜਾਊਗੀ। ਉਸ ਤੋਂ ਬਾਅਦ ਬੱਚਿਓ ਅਗਲਾ ਪ੍ਰਸ਼ਨ ਦੇਖਦੇ ਹਾਂ ਆਪਾਂ। ਅਗਲਾ ਪ੍ਰਸ਼ਨ ਹੈਗਾ ਆਪਣਾ, ਮੁੱਢਲੀਆਂ ਧਾਰਨਾਵਾਂ ਤੋਂ ਕੀ ਭਾਵ ਹੈ। ਉਸ ਤੋਂ ਅਗਲਾ ਹੈ ਕੁੱਲ ਰਾਸ਼ਟਰੀ ਆਮਦਨ ਕੀ ਹੁੰਦੀ ਹੈ, ਕਿਉਂਕਿ ਸਾਨੂੰ ਫਿਰ ਵਾਪਸ ਆਉਣਾ ਪੈਂਦਾ, ਇਸ ਕਰਕੇ ਆਪਾਂ ਥੋੜ੍ਹਾ ਇਹਨੂੰ ਯਾਦ ਰੱਖਦੇ ਹਾਂ। ਤਾਂ ਮੁੱਢਲੀਆਂ ਧਾਰਨਾਵਾਂ ਕੀ ਹੈ, ਸਟਾਰਟਿੰਗ ਦੇ ਵਿੱਚ ਹੀ ਹੈ। ਕੁਛ ਐਸੇ ਸ਼ਬਦ ਆ ਜਿਹੜੇ ਅਰਥ ਸ਼ਾਸਤਰ ਵਿੱਚ ਸਾਡੇ ਲਈ ਜਾਣਨੇ ਜ਼ਰੂਰੀ ਆ। ਦੇਖੋ ਲਿਖਿਆ ਹੋਇਆ, ਅਰਥ ਸ਼ਾਸਤਰ ਵਿੱਚ ਕੁਝ ਸ਼ਬਦਾਂ ਦਾ ਪ੍ਰਯੋਗ ਖਾਸ ਅਰਥਾਂ ਦੇ ਲਈ ਕੀਤਾ ਜਾਂਦਾ ਹੈ, ਉਸ ਨੂੰ ਮੁੱਢਲੀਆਂ ਧਾਰਨਾਵਾਂ ਕਿਹਾ ਜਾਂਦਾ ਹੈ।
ਤਾਂ ਅਗਲਾ ਪ੍ਰਸ਼ਨ ਸੀਗਾ ਕੁੱਲ ਰਾਸ਼ਟਰੀ ਆਮਦਨ ਕੀ ਹੈ, ਉਹ ਵੀ ਆਪਾਂ ਕੀਤਾ। ਆਹ ਦੇਖੋ, ਇੱਕ ਦੇਸ਼ ਦੀ ਰਾਸ਼ਟਰੀ ਆਮਦਨ ਵਿੱਚ ਜਦੋਂ ਘਸਾਵਟ ਖਰਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਕੁੱਲ ਰਾਸ਼ਟਰੀ ਆਮਦਨ ਕਿਹਾ ਜਾਂਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਅਗਲਾ ਕੁਐਸਚਨ ਜਿਹੜਾ ਹੈਗਾ ਉਹ ਹੈਗਾ ਆ ਕੁੱਲ ਰਾਸ਼ਟਰੀ ਆਮਦਨ ਅਤੇ ਸ਼ੁੱਧ ਰਾਸ਼ਟਰੀ ਆਮਦਨ 'ਚ ਕੀ ਫਰਕ ਹੈ। ਤਾਂ ਅੱਧਾ ਕੁਐਸਚਨ ਇਹ ਇਹਦੇ ਨਾਲ ਹੀ ਅੱਗੇ ਸ਼ੁਰੂ ਹੋ ਜਾਂਦਾ। ਇਸ ਦੇ ਉਲਟ ਘਸਾਵਟ ਖਰਚ ਨੂੰ ਜੇਕਰ ਵਿੱਚੋਂ ਘਟਾ ਦਿੱਤਾ ਜਾਵੇ ਤਾਂ ਉਸ ਨੂੰ ਸ਼ੁੱਧ ਰਾਸ਼ਟਰੀ ਆਮਦਨ ਕਹਿੰਦੇ ਆ। ਠੀਕ ਹੈ। ਕੁੱਲ ਰਾਸ਼ਟਰੀ ਆਮਦਨ ਦੀ ਪਰਿਭਾਸ਼ਾ ਪਹਿਲਾਂ ਤੁਹਾਨੂੰ ਦੱਸਦੀ ਸੀ, ਆਹ ਸ਼ੁੱਧ ਰਾਸ਼ਟਰੀ ਆਮਦਨ ਦੀ ਪਰਿਭਾਸ਼ਾ ਇਹਦੇ ਵਿੱਚ ਹੈ। ਸੋ ਆਹ 4 ਕੁਐਸਚਨ ਤੁਸੀਂ ਇੱਥੋਂ ਹੀ ਨੋਟ ਕਰ ਲੈਣੇ, ਤੁਹਾਡੇ ਲਈ ਸੌਖੇ ਹੋ ਜਾਣੇ। ਖਾਲੀ ਥਾਵਾਂ ਦੇਖੋ, ਡੈਸ਼ ਵਿੱਚ ਅਕਸਰ ਪਰਿਵਰਤਨ ਹੁੰਦਾ ਰਹਿੰਦਾ ਹੈ। ਕਿਹਦੇ ਵਿੱਚ ਪਰਿਵਰਤਨ ਹੁੰਦਾ ਰਹਿੰਦਾ ਹੈ? ਆਪਾਂ ਪੜ੍ਹਿਆ ਕੀਮਤਾਂ ਵਿੱਚ। ਤੁਸੀਂ ਆਲੂ ਲੈਣ ਅੱਜ ਚੱਲ ਜਾਓ, ਕੱਲ੍ਹ ਚੱਲ ਜਾਓ, ਰੋਜ਼ ਕਿਸੇ ਦਿਨ 25 ਰੁਪਏ ਹੋਊ, ਕਿਸੇ ਦਿਨ 20 ਰੁਪਏ ਹੋਊ, ਕੋਈ ਵੀ ਚੀਜ਼ ਲੈਣ ਜਾਓ। ਇਹਦਾ ਮਤਲਬ ਕੀਮਤਾਂ ਵਿੱਚ ਹਮੇਸ਼ਾ ਪਰਿਵਰਤਨ ਹੁੰਦਾ ਰਹਿੰਦਾ ਹੈ। ਸ਼ੁੱਧ ਰਾਸ਼ਟਰੀ ਆਮਦਨ ਕਿਹੜੀ ਹੁੰਦੀ ਹੈ? ਕੁੱਲ ਰਾਸ਼ਟਰੀ ਆਮਦਨ ਦੇ ਵਿੱਚੋਂ ਕੀ ਘਟਾ ਦਿੱਤਾ ਜਾਵੇ? ਘਸਾਵਟ ਖਰਚ। ਮੈਂ ਲਿਖਿਆ ਨਹੀਂ, ਇਸ ਕਰਕੇ ਨਹੀਂ ਲਿਖਿਆ ਤਾਂ ਕਿ ਤੁਸੀਂ ਆਪਣੇ ਦਿਮਾਗ 'ਤੇ ਜ਼ੋਰ ਪਾਓ ਅਤੇ ਤੁਸੀਂ ਆਨਸਰ ਲੱਭ ਸਕੋ। ਘਸਾਵਟ ਨੂੰ ਜੇਕਰ ਘਟਾ ਦਈਏ ਤਾਂ ਸ਼ੁੱਧ ਰਾਸ਼ਟਰੀ ਆਮਦਨ ਹੁੰਦੀ ਹੈ। ਫਿਰ ਡੈਸ਼, ਇੱਕ ਦੇਸ਼ ਦੇ ਆਮ ਨਿਵਾਸੀਆਂ ਦੀ ਇੱਕ ਵਰ੍ਹੇ ਦੌਰਾਨ ਅਰਜਿਤ ਆਮਦਨ। ਇੱਕ ਵਰ੍ਹੇ ਦੌਰਾਨ ਜਿਹੜੀ ਆਮਦਨ ਆਪਾਂ ਇਕੱਠੀ ਕਰਦੇ ਹਾਂ ਉਹਨੂੰ ਰਾਸ਼ਟਰੀ ਆਮਦਨ ਕਹਿੰਦੇ ਆ। ਠੀਕ ਹੈ। ਤਾਂ ਇਹ ਰਾਸ਼ਟਰੀ ਆਮਦਨ ਹੈ। ਚੌਥਾ, ਇੱਕ ਦੇਸ਼ ਦੀ ਅਸਲ ਆਰਥਿਕ ਤਰੱਕੀ ਦਾ ਅਨੁਮਾਨ ਲਗਾਉਣ ਲਈ ਵੱਖ-ਵੱਖ ਵਰ੍ਹਿਆਂ ਦੀ, ਇੱਥੇ ਵੀ ਰਾਸ਼ਟਰੀ ਆਮਦਨ ਆਊਗਾ, ਯਾਨੀ ਤੀਜੇ ਅਤੇ ਚੌਥੇ ਦੇ ਵਿੱਚ ਤੁਹਾਡਾ ਰਾਸ਼ਟਰੀ ਆਮਦਨ ਹੀ ਆਉਣਾ। ਪੰਜਵਾਂ ਕੀ ਆ? ਡੈਸ਼ ਵਿੱਚ ਕੁਝ ਸ਼ਬਦਾਂ ਦਾ ਪ੍ਰਯੋਗ ਖਾਸ ਅਰਥਾਂ ਵਿੱਚ ਕੀਤਾ ਜਾਂਦਾ। ਇਸ ਨੂੰ ਆਪਾਂ ਸ਼ੁਰੂ 'ਚ ਪੜ੍ਹਿਆ, ਮੁੱਢਲੀਆਂ ਧਾਰਨਾਵਾਂ। ਪਹਿਲਾਂ ਆਉਣਾ ਅਰਥ ਸ਼ਾਸਤਰ, ਪਹਿਲੀ ਖਾਲੀ ਥਾਂ 'ਚ ਆਉਣਾ ਅਰਥ ਸ਼ਾਸਤਰ ਵਿੱਚ ਕੁਝ ਸ਼ਬਦਾਂ ਦਾ ਪ੍ਰਯੋਗ ਖਾਸ ਅਰਥਾਂ ਲਈ ਕੀਤਾ ਜਾਂਦਾ ਹੈ। ਇਹਨਾਂ ਸ਼ਬਦਾਂ ਨੂੰ ਮੁੱਢਲੀਆਂ ਧਾਰਨਾਵਾਂ ਕਿਹਾ ਜਾਂਦਾ ਹੈ। ਸੋ ਬੱਚੋ, ਇਹ ਤੁਹਾਡੀ 30 ਅਪ੍ਰੈਲ ਦੀ ਡੇਲੀ ਅਸਾਈਨਮੈਂਟ ਸੀ। ਧਿਆਨ ਨਾਲ ਇਹਨੂੰ ਸਮਝਣਾ ਪੈਣਾ, ਨਹੀਂ ਤਾਂ ਅਰਥ ਸ਼ਾਸਤਰ ਜਿਹੜਾ ਤੁਹਾਡੇ ਸਮਝ ਵਿੱਚ ਨਹੀਂ ਆਉਣਾ। ਤਾਂ ਰਾਸ਼ਟਰੀ ਆਮਦਨ ਦੀ ਗੱਲ ਕੀਤੀ ਹੈ, ਫਿਰ ਉਹਨਾਂ ਨੇ ਕੁੱਲ ਰਾਸ਼ਟਰੀ ਆਮਦਨ ਦੀ ਗੱਲ ਕੀਤੀ ਹੈ, ਫਿਰ ਉਹਨਾਂ ਘਸਾਵਟ ਦੀ ਗੱਲ ਕੀਤੀ ਹੈ, ਫਿਰ ਸ਼ੁੱਧ ਰਾਸ਼ਟਰੀ ਆਮਦਨ ਦੀ ਗੱਲ ਕੀਤੀ ਹੈ, ਫਿਰ ਘਰੇਲੂ ਆਮਦਨ ਦੀ ਗੱਲ ਕੀਤੀ। ਆਸ ਹੈ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਸਮਝ ਲੱਗ ਗਈਆਂ ਹੋਣਗੀਆਂ। ਜੇ ਨਹੀਂ ਲੱਗੀਆਂ ਹੋਣਗੀਆਂ ਤਾਂ ਇਸ ਵੀਡੀਓ ਨੂੰ ਬਾਰ-ਬਾਰ ਦੇਖ ਲਓ ਤਾਂ ਕਿ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਪੈ ਜਾਵੇ। ਧੰਨਵਾਦ।